ਛੇ ਪੋਹ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਰੱਖਦਾ ਹੈ। ਕਿਹਾ ਜਾਂਦਾ ਹੈ ਕਿ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਿਆ ਸੀ ਅਤੇ ਇਹ ਉਹੀ ਰਾਤ ਸੀ ਜਿਸ ਰਾਤ ਨੂੰ ਸਾਹਿਬ ਕਮਾਲ ਦਾ ਪੂਰਾ ਪਰਿਵਾਰ ਸਰਸਾ ਨਦੀ ਦੇ ਉੱਤੇ ਵਿਛੜ ਗਿਆ ਸੀ। ਕਿਲ੍ਹਾ ਆਨੰਦਗੜ੍ਹ ਸਾਹਿਬ ਉਹ ਕਿਲ੍ਹਾ ਹੈ ਜਿਹੜੇ 5 ਕਿਲ੍ਹੇ ਆਨੰਦਪੁਰ ਸਾਹਿਬ ਦੇ ਵਿੱਚ ਬਣਾਏ ਸਨ ਗੁਰੂ ਸਾਹਿਬ ਨੇ। ਉਹਨਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਕਿਲ੍ਹਾ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਕਈ ਜੰਗਾਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਨਾਲ ਲੜੀਆਂ। ਜਦੋਂ 1704 ਈਸਵੀ ਦੇ ਵਿੱਚ ਵੀ ਪਹਾੜੀ ਰਾਜੇ ਅਤੇ ਮੁਗਲਾਂ ਦੀਆਂ ਸੈਨਾ ਦੇ ਨਾਲ ਗੁਰੂ ਸਾਹਿਬ ਦੀ ਜੰਗ ਹੋ ਰਹੀ ਸੀ ਅਤੇ ਇਹ ਜੰਗ ਕਈ ਦਿਨ ਤੱਕ ਚੱਲੀ ਸੀ। ਤਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਸਾਰੇ ਸਿੰਘ ਉਹਨਾਂ ਨੂੰ ਬਦਾਵਾ ਲਿਖ ਕੇ ਉਹਨਾਂ ਦਾ ਸਾਥ ਛੱਡ ਕੇ ਚਲੇ ਗਏ ਸਨ, ਉੱਥੇ ਮੁਗਲਾਂ ਦੀਆਂ ਫੌਜਾਂ ਵੀ ਪਰੇਸ਼ਾਨ ਆ ਚੁੱਕੀਆਂ ਸਨ ਰੋਜ਼-ਰੋਜ਼ ਦੀ ਲੜਾਈ ਤੋਂ, ਅਤੇ ਬਹੁਤ ਸਾਰੇ ਸੈਨਿਕ ਮੁਗਲਾਂ ਦੇ ਅਤੇ ਪਹਾੜੀ ਰਾਜਿਆਂ ਦੇ ਉਹਨਾਂ ਦਾ ਸਾਥ ਛੱਡ ਕੇ ਜਾ ਚੁੱਕੇ ਸਨ। ਪਹਾੜੀ ਰਾਜੇ ਵੀ ਪਰੇਸ਼ਾਨ ਸਨ ਅਤੇ ਮੁਗਲ ਵੀ ਪਰੇਸ਼ਾਨ ਸਨ ਅਤੇ ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਗੁਰੂ ਸਾਹਿਬ ਆਨੰਦਗੜ੍ਹ ਦਾ ਇੱਕ ਕਿਲ੍ਹਾ ਛੱਡ ਕੇ ਚਲੇ ਜਾਣ ਅਤੇ ਤਾਂ ਕਿ ਉਹਨਾਂ ਦੀ ਇੱਜ਼ਤ ਵੀ ਬਚੀ ਰਹਿ ਸਕੇ। ਇਸੇ ਦੇ ਚੱਲਦਿਆਂ ਮੁਗਲ ਫੌਜਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਚੱਕ ਕੇ ਅਤੇ ਪਹਾੜੀ ਰਾਜੇ ਨੇ ਗਊ ਦੀਆਂ ਕਸਮਾਂ ਚੱਕ ਕੇ ਗੁਰੂ ਸਾਹਿਬ ਤੱਕ ਇਹ ਸੁਨੇਹਾ ਪਹੁੰਚਾ ਦਿੱਤਾ ਕਿ ਉਹ ਅਗਰ ਆਨੰਦਗੜ੍ਹ ਦਾ ਕਿਲ੍ਹਾ ਛੱਡ ਦਿੰਦੇ ਨੇ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਜਾਏਗਾ ਅਤੇ ਉਹਨਾਂ ਨੂੰ ਬਕਾਇਦਾ ਰਸਤਾ ਦੇ ਕੇ ਇੱਥੋਂ ਜਾਣ ਦਿੱਤਾ ਜਾਏਗਾ ਅਤੇ ਉਹ ਕਿਤੇ ਵੀ ਜਾ ਕੇ ਆਪਣੀ ਨਵੀਂ ਪੁਰੀ ਵਸਾ ਸਕਣਗੇ। ਪਹਿਲਾਂ ਗੁਰੂ ਸਾਹਿਬ ਨਹੀਂ ਸੀ ਮੰਨੇ, ਲੇਕਿਨ ਕੁਝ ਸਿੰਘਾਂ ਦੇ ਕਹਿਣ ਦੇ ਉੱਤੇ ਅਤੇ ਫਿਰ 5 ਪਿਆਰਿਆਂ ਦੁਆਰਾ ਮਤਾ ਪਾਉਣ ਦੇ ਉੱਤੇ ਗੁਰੂ ਸਾਹਿਬ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਦਾ ਮਨ ਬਣਾ ਲਿਆ ਅਤੇ 6-7 ਪੋਹ ਦੀ ਉਹ ਰਾਤ ਸੀ ਜਿਸ ਦਿਨ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਗੁਰੂ ਸਾਹਿਬ ਨੇ ਛੱਡ ਦਿੱਤਾ। ਆਪਣੇ ਨਾਲ ਆਪਣੀ ਮਾਤਾ ਗੁਜਰੀ ਜੀ, 2 ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਅਤੇ 4 ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੰਘਾਂ ਦੇ ਨਾਲ ਗੁਰੂ ਸਾਹਿਬ ਨੇ ਕਿਲ੍ਹਾ ਛੱਡ ਦਿੱਤਾ। ਗੁਰੂ ਸਾਹਿਬ ਜਦੋਂ ਕਿਲ੍ਹਾ ਛੱਡ ਕੇ ਜਾ ਰਹੇ ਸਨ ਤਾਂ ਕਿਹਾ ਜਾਂਦਾ ਕਿ ਆਨੰਦਪੁਰ ਸਾਹਿਬ ਦੀ ਬਹੁਤ ਸਾਰੀ ਸੰਗਤ ਉਹਨਾਂ ਨੂੰ ਮਨਾ ਰਹੀ ਸੀ ਕਿ ਉਹ ਕਿਲ੍ਹਾ ਛੱਡ ਕੇ ਨਾ ਜਾਓ, ਲੇਕਿਨ ਗੁਰੂ ਸਾਹਿਬ ਨੇ ਕਿਹਾ ਕਿ 5 ਪਿਆਰਿਆਂ ਦਾ ਹੁਕਮ ਮੈਨੂੰ ਸਿਰ ਮੱਥੇ 'ਤੇ, ਜਿਸ ਨੂੰ ਮੈਂ ਇਨਕਾਰ ਨਹੀਂ ਕਰ ਸਕਦਾ, ਮੈਂ ਜਾਣਾ ਹੀ ਹੈ। ਕਿਹਾ ਜਾਂਦਾ ਹੈ ਕਿ ਆਨੰਦਪੁਰ ਸਾਹਿਬ ਦੀ ਸੰਗਤ ਵੀ ਉਹਨਾਂ ਦੇ ਨਾਲ ਜਾਣ ਲੱਗੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕੀਰਤਪੁਰ ਸਾਹਿਬ ਤੋਂ ਵਾਪਸ ਭੇਜ ਦਿੱਤਾ। ਅੱਜ ਉਸੇ ਦਿਨ ਨੂੰ ਯਾਦ ਕਰਦੇ ਹੋਏ, ਉਸੇ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮਹਿਤਿਆਣਾ ਸਾਹਿਬ ਦੀ ਸੰਗਤ ਅਤੇ ਉਸ ਦੇ ਨਾਲ ਹੀ ਆਨੰਦਪੁਰ ਸਾਹਿਬ ਅਤੇ ਪੂਰੇ ਪੰਜਾਬ ਦੀ ਸੰਗਤ ਨੇ ਇਹ 6 ਔਰ 7 ਪੋਹ ਦੀ ਰਾਤ ਨੂੰ ਕਿਲ੍ਹਾ ਛੋੜ ਦਿਵਸ ਯਾਦ ਕਰਦੇ ਹੋਏ ਅੱਜ ਉਹ ਦਿਵਸ ਮਨਾਇਆ, ਜਿਸ ਦੇ ਚਲਦਿਆਂ ਜਿੱਥੇ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਵਿੱਚ ਰਾਤ ਭਰ ਕੀਰਤਨ ਸਮਾਗਮ ਕੀਤੇ ਗਏ, ਉੱਥੇ ਹੀ ਪੌਰ ਪੈਂਦਿਆਂ ਹੀ, ਦਿਨ ਚੜ੍ਹਦਿਆਂ ਹੀ ਉੱਥੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਚੱਲ ਕੇ ਪਹਿਲਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਾ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ, 5 ਪਿਆਰਿਆਂ ਨੂੰ ਸਰੋਪਾਓ ਦਿੱਤੇ, ਉੱਥੇ ਹੀ ਸਾਰੀ ਸੰਗਤ ਦਾ ਵੀ ਉਹਨਾਂ ਨੇ ਸਵਾਗਤ ਕੀਤਾ। ਇਹ ਪਿਆਰਿਓ ਸੁਣੋ ਧਿਆਨ ਨਾਲ, ਕੀ ਹੋਇਆ? ਬਾਬਾ ਅਜੀਤ ਸਿੰਘ ਕਹਿੰਦੇ ਦਿਆਸ ਮੈਂ ਤੇ ਵਾਰ-ਵਾਰ ਵੇਖਦਾ ਕੋਈ ਆਨੰਦਪੁਰ ਦਾ ਸਾਥੀ ਜਿਨ੍ਹਾਂ ਨਾਲ ਪੜ੍ਹਦੇ ਆ, ਜਿਨ੍ਹਾਂ ਨਾਲ ਹਰ ਰੋਜ਼ ਹਮਝੋਲੀਆਂ ਨਾਲ ਖੇਡਦੇ ਆ, ਦਿਨੇ ਜਦੋਂ ਆ ਕੇ ਵੇਖਣਗੇ ਆਪਣੇ ਮਨ ਵਿੱਚ ਕੀ ਵਿਚਾਰ ਆ? ਬਾਬਾ ਅਜੀਤ ਸਿੰਘ ਕਹਿੰਦਾ ਦਿਆਸ ਮੈਂ ਮੁੜ ਤਾਂ ਵੇਖਦਾ ਇਹਨਾਂ ਅੱਖੀਆਂ ਦੀ ਪਿਆਰ ਮੰਨਣਾ ਹੀ ਪਵੇ ਸੰਤ ਜੀ, ਪਰਮੇਸ਼ਰ ਦਾ ਮੰਨਣਾ ਹੀ ਪਵੇ ਸੰਤ ਜੀ, ਪਾਣਾ ਪਰਮੇਸ਼ਰ ਦਾ ਮੰਨਣਾ ਹੀ ਪਵੇ ਸੰਤ ਜੀ। ਸਤਿਗੁਰੂ ਕਹਿਣ ਲੱਗੇ
महाराज जाते जाते कह गए मेरा भी दिल नहीं करता, पर इस देश कौम की बिगड़ी बनाने वास्ते अपने चारों पुत्रा भी लै चले। मुड़ के आवांगे कि नहीं आवांगे, ये अकाल पुरख परमेश्वर जानता है। सतगुरु कहते हैं पुरखे ऐसे शरीर करके तेरे से नहीं आवा, मेरिया संगत आउणगियां, सिंह प्यारे आउणगे, रौनक लग्गणगियां पुरखे। जुगो जुग वसे पुरिए मैं तुर चलिया दूर, जुग जुग वसे पुरिए मैं तुर चलिया दूर, जुग जुग वसे बोलो चलिया दूर, जुग जुग वसे मारे बोलो मारे चलिया हुक्म जाना जाना
ਅਸੀਂ ਇੱਥੋਂ ਪਾਉਣਾ ਹੁਕਮ ਬਜਾਣਾ ਜਾਣਾ ਅਸੀਂ ਇੱਥੋਂ ਪਾਉਣਾ ਤੇਰੀ ਉਹਦੇ ਵਿੱਚ ਪੁਰੀਏ ਅਸੀਂ ਮੁੜ ਕੇ ਨਹੀਂ ਆਉਣਾ ਤੇਰੀ ਉਹਦੇ ਵਿੱਚ ਪੁਰੀਏ ਅਸੀਂ ਮੁੜ ਕੇ ਨਹੀਂ ਆਉਣਾ ਚਰਨੀ ਝੁਕਣਾ ਬਸ ਅੱਜ ਕਰ ਲੈ ਮਨਜ਼ੂਰ ਜੁਗ ਜੁਗ ਵਸੇ ਪੁਰੀਏ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਪੁਰੀਏ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਭਾਵਨਾ ਵਾਲਿਆਂ ਨੂੰ ਪਿਆਰ ਵਾਲਿਆਂ ਨੂੰ ਕਿ ਕਲਗੀਧਰ ਪਾਤਸ਼ਾਹ ਮੇਰੇ ਸਿਰ ਤੇ ਵੀ ਹੱਥ ਰੱਖਦਾ ਹੈ ਮੇਰੇ ਸਿਰ ਤੇ ਵੀ ਹੱਥ ਰੱਖਦਾ ਹੈ ਭਾਵਨਾ ਵਾਲੇ ਇਸ ਵੇਲੇ ਮਹਿਸੂਸ ਕਰ ਰਹੇ ਨੇ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਸਭ ਦੀ ਆਸ ਮੁਰਾਦ ਪੂਰੀ ਮੇਰੇ ਪੁੱਤਰਾਂ ਨੇ ਮੁੜ ਕੇ ਇੱਥੇ ਜੜਾਂ ਨਹੀਂ ਜੁੜ ਕੇ ਮੇਰੇ ਪੁੱਤਰਾਂ ਨੇ ਮੁੜ ਕੇ ਇੱਥੇ ਜੜਾਂ ਨਹੀਂ ਜੁੜ ਕੇ ਮੇਰੇ ਪੁੱਤਰਾਂ ਨੇ ਮੁੜ ਕੇ ਇੱਥੇ ਜੜਾਂ ਨਹੀਂ ਜੁੜ ਕੇ ਮੇਰੇ ਪੁੱਤਰਾਂ ਨੇ ਮੁੜ ਕੇ ਇੱਥੇ ਜੜਾਂ ਨਹੀਂ ਜੁੜ ਕੇ ਧੱਕਾ ਨਾ ਪਿਛਲੇ ਧੱਕਾ ਮਾਰ ਮੁੜ ਕੇ ਕਿਸ ਬਾਤ ਜਾਣੇ ਨਾ ਮਹਿਮਾਂ ਮੁੜ ਕੇ ਸਾਡੀ ਮੰਜ਼ਿਲ ਲੰਬੀ ਤੁਕੋ ਅਵੜਾ ਦੂਰ ਜੁਗ ਜੁਗ ਕੁੜੀਏ ਮੈਂ ਚੱਲਿਆ ਦੂਰ ਜੁਗ ਜੁਗ ਵਸੇ ਦਸਮੇਸ਼ ਅਲੌਕਿਕ ਮਾਰਚ ਜਿਹੜਾ ਬੰਦੀ ਦਸਮੇਸ਼ ਅਲੌਕਿਕ ਮਾਰਚ ਜਿਹੜਾ ਕਿਲ੍ਹਾ ਛੋੜ ਦਿਵਸ ਦੇ ਮੌਕੇ ਦੇ ਉੱਤੇ ਆਨੰਦਪੁਰ ਸਾਹਿਬ ਤੋਂ ਮਹਿਤਿਆਣਾ ਸਾਹਿਬ ਤੱਕ ਨਿਕਾਲਿਆ ਜਾਂਦਾ ਹੈ ਸਜਾਇਆ ਜਾਂਦਾ ਹੈ ਕੀਰਤਨ ਉਹ ਆਹਿਸਤਾ ਆਹਿਸਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋ ਕੇ ਵਾਪਸ ਆਨੰਦਗੜ੍ਹ ਸਾਹਿਬ ਕਿਲ੍ਹਾ ਦੇ ਹੋ ਕੇ ਇਹ ਆਪਣੇ ਅਗਲੇ ਪੜਾਅ ਨੂੰ ਜਾ ਰਿਹਾ ਹੈ। छे और 7 ਪੋਹ ਦੀ ਦਰਮਿਆਨੀ ਰਾਤ ਨੂੰ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਆਨੰਦਗੜ੍ਹ ਸਾਹਿਬ ਛੱਡਿਆ ਉਸ ਵਕਤ ਦੀ ਯਾਦ ਨੂੰ ਤਾਜ਼ਾ ਕਰਾਉਂਦਾ ਇਹ ਦਸਮੇਸ਼ ਅਲੌਕਿਕ ਮਾਰਚ ਜਿਹੜਾ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਚੱਲ ਕੇ ਮਹਿਤਿਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਤੱਕ ਪੁੱਜੇਗਾ ਉਸ ਦੀ ਸ਼ੁਰੂਆਤ ਉਹਨਾਂ ਦਿਨਾਂ ਦੀ ਯਾਦ ਕਰਦੀ ਹੋਈ ਵੀ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 7 ਪੋਹ ਦੀ ਇਸ ਦਰਮਿਆਨੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਅਗਲੇ ਵੱਲ ਨੂੰ ਚੱਲੇ ਕਿ ਉਹ ਅਗਲੇ ਪੜਾਅ ਦੇ ਜਾ ਰਹੇ ਨੇ ਉਸ ਜਿਸ ਤਰ੍ਹਾਂ ਸਾਬੇ ਕਮਾਲ ਦੀ
ਬੱਬਰ ਮੈਨੂੰ ਹਾਥੀ ਹੈ ਠੀਕ ਹੈ ਨਾ ਸਜੇ ਇਸ ਅਲੌਕਿਕ ਮਾਰਚ ਦੇ ਵਿੱਚ ਬਹੁਤਾ ਦੂਰ ਨਾ ਜਾ ਇਸ ਅਲੌਕਿਕ ਮਾਰਚ ਦੇ ਵਿੱਚ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਛੋੜ ਦਿਵਸ ਨੂੰ ਯਾਦ ਕਰਾਉਂਦਾ ਹੈ। ਊਂਟ ਘੋੜੇ ਹਾਥੀ ਬਕਾਇਦਾ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਸੈਨਾ ਦੇ ਵਿੱਚ ਹੁੰਦੇ ਸਨ ਉਸੇ ਤਰ੍ਹਾਂ ਹੀ ਅੱਜ ਇਹ ਲਿਆ ਕੇ ਅਗਲੇ ਪੜਾਅ ਵੱਲ ਨੂੰ ਲਿਜਾ ਰਹੇ ਨੇ। ਜੀ ਮਨਾ ਨਾਮ ਲੈ ਆ ਜਾਓ ਜੀ। ਇਸ ਕਰਕੇ ਅਰਦਾਸ ਵੱਲੋਂ ਮੈਂ ਗੁਪਤਤਾ ਕਰ ਦਿੰਦਾ, ਮੈਨੂੰ ਮਾਫੀ ਦੇ ਦੇਣੀ। ਸੋ ਸਾਰੀ ਸੰਗਤ ਦੀ ਚੜ੍ਹਦੀ ਕਲਾ। ਹਾਂਜੀ ਮਹਾਰਾਜ। ਸੋ ਇਹ ਸਰਦਾਰ ਰਾਮ ਸਿੰਘ ਹੋਰਾਂ ਦੇ ਲੜਕਾ ਉਹ ਲੜਕੀ ਹੈ ਤੇ ਅਰਦਾਸ ਅਸੀਂ ਵੀ ਹਜ਼ੂਰ ਮਜਬੂਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਰਹਿਨਮਾਈ ਲੈ ਕੇ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜੋ ਸਜਾਇਆ ਗਿਆ ਹੈ ਅੱਜ 6 ਔਰ 7 ਪੋਹ ਦੀ ਇਸ ਰਾਤ ਨੂੰ ਜਿਹੜਾ ਕਿਲਾ ਆਨੰਦਗੜ੍ਹ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਛੋੜਨ ਦੇ ਮੌਕੇ ਨੂੰ ਯਾਦ ਕਰਾ ਰਿਹਾ ਹੈ। ਇਹ ਵਿਰਾਗਮਈ ਕੀਰਤਨ ਅੱਜ ਸਜਾਇਆ ਗਿਆ ਹੈ ਉਹ ਇੱਥੋਂ ਜਾ ਰਿਹਾ ਹੈ ਪਰਿਵਾਰ ਵਿਛੋੜਾ ਵਾਲੀ ਜਗ੍ਹਾ ਦੀ ਤਰਫ, ਸਰਸਾ ਨੰਗਲ ਦੀ ਜਗ੍ਹਾ ਦੀ ਤਰਫ ਜਿੱਥੇ ਸਾਹਿਬੇ ਕਮਾਲ ਦਾ ਪਰਿਵਾਰ ਜਾ ਕੇ ਵਿਛੜ ਜਾਂਦਾ ਸੀ। 6-7 ਪੋਹ ਦੀ ਉਹ ਰਾਤ ਜਦੋਂ ਮੁਗਲਾਂ ਦੀਆਂ ਕੁਰਾਨ ਸ਼ਰੀਫ ਦੀਆਂ ਕਸਮਾਂ ਤੇ ਪਹਾੜੀ ਰਾਜਿਆਂ ਦੀਆਂ ਗਊ ਦੀਆਂ ਕਸਮਾਂ ਦੇ ਉੱਤੇ ਯਕੀਨ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਸੀ। ਉਹ ਅੱਜ ਉਸ ਦਿਨ ਨੂੰ ਯਾਦ ਕਰਦੇ ਹੋਏ ਇਹ ਵਿਰਾਗਮਈ ਕੀਰਤਨ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਪਣੇ ਅਗਲੇ ਪੜਾਅ ਦੇ ਵੱਲ ਵਧਦਾ ਹੋਇਆ ਇਹ 5 ਜਨਵਰੀ ਨੂੰ ਮਹਿਤਿਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਾ ਕੇ ਇਸ ਦੀ ਸਮਾਪਤੀ ਹੋਏਗੀ। ਇਹ ਵਿਰਾਗਮਈ ਕੀਰਤਨ ਕਿਹਾ ਜਾਂਦਾ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ 4 ਸਾਹਿਬਜ਼ਾਦੇ 5 ਪਿਆਰੇ ਤੇ ਬਾਕੀ ਸੈਨਾ ਦੇ ਨਾਲ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਤਾਂ ਅਨੰਦਪੁਰ ਸਾਹਿਬ ਦੀ ਸੰਗਤ ਨੇ ਉਹਨਾਂ ਨੂੰ ਰੋਕਿਆ ਕਿ ਤੁਸੀਂ ਨਾ ਜਾਓ, ਲੇਕਿਨ 5 ਪਿਆਰਿਆਂ ਦੇ ਹੁਕਮ ਨੂੰ ਮੰਨਦੇ ਹੋਏ ਸਾਹਿਬੇ ਕਮਾਲ ਨੇ ਇਹ ਕਿਲਾ ਛੱਡਣ ਦਾ ਮਨ ਬਣਾ ਲਿਆ ਤੇ ਉਹ ਜਾ ਰਹੇ ਸੀ ਤਾਂ ਬਹੁਤ ਸਾਰੀ ਸੰਗਤ ਜਿਹੜੀ ਹੈ ਉਹਨਾਂ ਨੂੰ ਨਾਲ ਚੱਲ ਪਈ ਛੱਡਣ ਦੇ ਲਈ।
ਕੀਰਤਪੁਰ ਸਾਹਿਬ ਉਹ ਸਥਾਨ ਸੀ ਜਿੱਥੋਂ ਸਾਹਿਬੇ ਕਮਾਲ ਨੇ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਵਾਪਸ ਭੇਜ ਦਿੱਤਾ। ਅੱਜ ਵੀ ਉਸੇ ਦਿਨ ਨੂੰ ਯਾਦ ਕਰਦੇ ਹੋਏ ਇਹ ਸੰਗਤ ਉਸ ਨਗਰ ਕੀਰਤਨ ਦੇ ਨਾਲ ਜਾਂਦੀ ਹੋਈ ਤੁਸੀਂ ਦੇਖ ਸਕਦੇ ਹੋ ਕਿ ਇਹ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਅੱਜ ਉਹਨਾਂ ਦਿਨਾਂ ਨੂੰ ਯਾਦ ਕਰਦਾ ਹੋਇਆ ਜਦੋਂ ਸਾਹਿਬੇ ਕਮਾਲ ਨੇ ਇਹ ਕਿਲਾ ਆਨੰਦਗੜ੍ਹ ਸਾਹਿਬ ਨੂੰ ਛੱਡਣ ਦਾ ਮਨ ਬਣਾ ਲਿਆ ਤੇ ਉਹ ਆਪਣੇ ਅਗਲੇ ਪੜਾਅ ਦੇ ਲਈ ਚੱਲ ਪਏ ਸੀ। ਕੌਣ ਜਾਣਦਾ ਸੀ ਕਿ ਇਸ 6 ਔਰ 7 ਪੋਹ ਦੀ ਰਾਤ ਦੇ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਜਾਏਗਾ ਤੇ 2 ਦਿਨ ਦੇ ਵਿੱਚ ਹੀ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦ ਹੋ ਜਾਣਗੇ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਦੀਵਾਰ ਦੇ ਵਿੱਚ ਚੜਵਾ ਦਿੱਤੇ ਜਾਣਗੇ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋ ਜਾਏਗੀ। ਅੱਜ ਕੋਈ ਨਹੀਂ ਸੀ ਜਾਣਦਾ, ਲੇਕਿਨ 2-3 ਦਿਨ ਤੋਂ ਬਾਅਦ ਹੀ ਇਹ ਸਾਰਾ ਸ਼ਹੀਦੀ ਇਤਿਹਾਸ ਲਿਖਿਆ ਗਿਆ, ਜਿਹੜਾ ਸ਼ਹੀਦੀ ਇਤਿਹਾਸ ਅੱਜ ਸਿੱਖ ਪੰਥ ਦੇ ਵਿੱਚ ਸੁਨਹਿਰੇ ਪੰਨਿਆਂ ਦੇ ਨਾਲ ਅੰਕਿਤ ਹੈ। ਉਸ ਦਿਹਾੜੇ ਨੂੰ ਜਦੋਂ ਸਾਹਿਬੇ ਕਮਾਲ ਨੇ ਉਸ ਲੜਾਈ ਦੇ ਵਿੱਚ ਯਕੀਨ ਕਰਕੇ ਜਿਹੜੀ ਕਈ ਦਿਨ ਤੱਕ ਕਹਿੰਦੇ ਨੇ ਕਿਲਾ ਆਨੰਦਗੜ੍ਹ ਸਾਹਿਬ ਦੇ ਇਸ ਕਿਲੇ ਦੇ ਵਿੱਚ ਹੁੰਦੀ ਰਹੀ, ਜਿਸ ਨੂੰ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਸੈਨਾ ਨੇ ਘੇਰ ਰੱਖਿਆ ਸੀ ਤੇ ਜਦੋਂ ਮੁਗਲ ਇਹ ਸਮਝਦੇ ਸਨ ਕਿ ਕਿਸੇ ਵੀ ਤਰ੍ਹਾਂ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਨੂੰ ਨਹੀਂ ਨਿਕਾਲਿਆ ਜਾ ਸਕਦਾ ਤੇ ਉਹਨਾਂ ਦੀ ਵੱਸ ਹੋ ਚੁੱਕੀ ਸੀ ਗੁਰੂ ਸਾਹਿਬ ਦੇ ਨਾਲ ਲੜਾਈ ਲੜਦੇ ਤਾਂ ਉਹਨਾਂ ਨੇ ਅਖੀਰ ਦੇ ਵਿੱਚ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਣ ਦੇ ਪ੍ਰਣ ਕੀਤਾ ਤੇ ਪਹਾੜੀ ਰਾਜਿਆਂ ਨੇ ਗਊ ਦੀ ਕਸਮ ਖਾ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਅਗਰ ਤੁਸੀਂ ਕਿਲਾ ਛੱਡ ਦਿੰਦੇ ਹੋ ਤਾਂ ਤੁਹਾਨੂੰ ਕਿਸੇ ਨੂੰ ਵੀ ਕੁਝ ਨਹੀਂ ਕਿਹਾ ਜਾਏਗਾ। ਸਾਡੀ ਸ਼ਰਤ ਇੱਕੋ ਹੀ ਹੈ ਕਿ ਤੁਸੀਂ ਕਿਲਾ ਛੱਡ ਕੇ ਕਿਸੇ ਹੋਰ ਸਥਾਨ ਤੇ ਜਾ ਕੇ ਆਪਣਾ ਠਹਿਰਾ ਕਰੋ। ਅਨੰਦਪੁਰ ਸਾਹਿਬ ਦੀ ਇਸ ਗੜੀ ਨੂੰ ਛੱਡ ਦਿਓ। ਤਾਂ ਗੁਰੂ ਸਾਹਿਬ ਨੇ ਨਾ ਚਾਹੁੰਦੇ ਹੋਏ ਵੀ ਇਸ ਆਨੰਦਗੜ੍ਹ ਦੇ ਕਿਲੇ ਨੂੰ ਛੱਡਣ ਦਾ ਮਨ ਬਣਾ ਲਿਆ ਤੇ ਉਹ ਅਗਲੇ ਪੜਾਅ ਲਈ ਇੱਥੋਂ ਰਵਾਨਾ ਹੋਏ। ਅੱਜ ਉਸ ਦਿਨ ਨੂੰ ਯਾਦ ਕਰਦੇ ਹੋਏ ਇਹ ਦੇਖ ਸਕਦੇ ਹੋ ਕਿ ਇਸ ਨਗਰ ਕੀਰਤਨ ਜਿਹੜਾ ਸਜਾਇਆ ਜਾਂਦਾ ਹੈ ਉਸ ਦੇ ਵਿੱਚ ਉਹਨਾਂ ਦਿਨਾਂ ਦੀ ਯਾਦ ਦੇ ਵਿੱਚ ਬਹੁਤ ਸਾਰੇ ਪੇਂਟਿੰਗਸ ਦਰਸਾ ਕੇ ਇਹ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਇਸ ਸ਼ਹਿਰ ਨੂੰ, ਅਨੰਦਪੁਰ ਸਾਹਿਬ ਦੀ ਇਸ ਗੜੀ ਨੂੰ, ਆਨੰਦਗੜ੍ਹ ਦੀ ਇਸ ਗੜੀ ਨੂੰ ਛੱਡਣ ਤੋਂ ਬਾਅਦ ਉਹਨਾਂ ਨਾਲ ਰਸਤੇ 'ਚ ਕੀ ਵਾਪਰਿਆ ਸੀ। ਇਹ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਛੱਡਦੇ ਹੋਏ ਹਜੇ ਸਰਸਾ ਨਦੀ ਦੇ ਕੰਢੇ ਤੇ ਹੀ ਪੁੱਜੇ ਸਨ ਤਾਂ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਨੂੰ ਦਰਕਿਨਾਰ ਕਰਕੇ ਮੁਸਲਮਾਨਾਂ ਨੇ ਉਹਨਾਂ ਦੀਆਂ ਫੌਜਾਂ ਨੇ ਆਪਣੇ ਕੁਰਾਨ ਸ਼ਰੀਫ ਦੀਆਂ ਕਸਮਾਂ ਨੂੰ ਦਰਕਿਨਾਰ ਕਰਕੇ ਸਾਹਿਬੇ ਕਮਾਲ ਦੇ ਉੱਤੇ ਹਮਲਾ ਕਰ ਦਿੱਤਾ ਤੇ ਸਾਹਿਬੇ ਕਮਾਲ ਦੀ ਸੈਨਾ ਨੇ ਇਹ ਸਰਸਾ ਨਦੀ ਦੇ ਉੱਤੇ ਉਸ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਇਹ ਪ੍ਰਦਰਸ਼ਨ ਉਸ ਸਮੇਂ ਦਾ ਜਦੋਂ ਸਰਸਾ ਨੰਗਲ ਤੋਂ ਵੀ ਪਹਿਲਾਂ ਇੱਕ ਸ਼ਾਹੀ ਟਿੱਬੀ ਆਂਦੀ ਹੈ, ਟਿੱਬੀ ਦੇ ਉੱਤੇ ਜਦੋਂ ਦੇਖਿਆ ਕਿ ਜਿਹੜੀ ਹੈ ਸੈਨਾ ਪਿੱਛੋਂ ਇੱਕਦਮ ਤੇ ਉਹਨਾਂ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ ਤਾਂ ਉੱਥੇ ਸ਼ਾਹੀ ਟਿੱਬੀ ਦੇ ਉੱਤੇ ਭਾਈ ਉਦੇ ਸਿੰਘ ਜੀ ਜੰਗ ਕਰਦੇ ਹੋਏ ਉਸ ਪੇਂਟਿੰਗਸ ਦੇ ਵਿੱਚ ਇਹ ਦਰਸਾਇਆ ਗਿਆ ਹੈ। ਉਹ ਇਹ ਦਰਸਾਉਂਦੀਆਂ ਹੋਈਆਂ ਕਿ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮੁਗਲਾਂ ਨੇ ਆਪਣੀਆਂ ਸਾਰੀਆਂ ਕਸਮਾਂ ਨੂੰ ਦਰਕਿਨਾਰ ਕਰਦੇ ਹੋਏ, ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਨੂੰ ਛਿੱਕੇ ਟੰਗਦੇ ਹੋਏ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਉੱਤੇ ਦੁਬਾਰਾ ਜਾ ਕੇ ਹਮਲਾ ਕਰ ਦਿੱਤਾ ਤੇ ਉਸ ਰਾਤ ਨੂੰ ਇਹ ਜਦੋਂ ਸਰਸਾ ਦੇ ਵਿੱਚ ਪਰਿਵਾਰ ਵਿਛੜ ਗਿਆ ਤਾਂ ਇਹ ਚਮਕੌਰ ਦੀ ਗੜੀ ਜਿੱਥੇ 2 ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ 10 ਲੱਖ ਸੈਨਾ ਦੇ ਨਾਲ ਜੰਗ ਕਰਦੇ ਹੋਏ ਸ਼ਹੀਦ ਹੋ ਗਏ। ਤਾਂ ਉਸ ਵਕਤ ਵੀ ਜਿਹੜੇ 3 ਪਿਆਰੇ ਵੀ ਸ਼ਹੀਦ ਹੋ ਚੁੱਕੇ ਸਨ, ਲੇਕਿਨ 5 ਸਿੰਘ ਭਾਈ ਸੰਗਤ ਸਿੰਘ ਉਸ ਵਕਤ ਸੀਗੇ, ਉਹਨਾਂ ਨੂੰ ਕਲਗੀ ਦੇ ਕੇ 5 ਸਿੰਘਾਂ ਨੇ ਜਦੋਂ ਕਿਹਾ ਕਿ ਗੁਰੂ ਸਾਹਿਬ ਸਾਨੂੰ ਤੁਹਾਡੀ ਜ਼ਰੂਰਤ ਹੈ, ਤੁਸੀਂ ਇਸ ਕਿਲੇ ਨੂੰ, ਇਸ ਚਮਕੌਰ ਦੀ ਗੜੀ ਨੂੰ ਛੱਡ ਦਿਓ, ਤਾਂ ਗੁਰੂ ਸਾਹਿਬ ਮੁਗਲਾਂ ਦੀ ਸੈਨਾ ਨੂੰ ਚੈਲੰਜ ਕਰਦੇ ਹੋਏ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਗਏ। ਇਹ ਉਸ ਵਕਤ ਦੀ ਯਾਦ ਨੂੰ ਦਰਸਾਉਂਦੀ ਹੋਈ ਪੇਂਟਿੰਗ ਹੈ। ਤੇ ਇਸੇ ਤਰ੍ਹਾਂ ਹੀ ਆਲਮਗੀਰ ਜਦੋਂ ਮਾਛੀਵਾੜਾ ਦੇ ਜੰਗਲਾਂ ਤੋਂ ਹੁੰਦੇ ਹੋਏ ਜਦੋਂ ਭਾਈ ਗਨੀ ਖਾਂ, ਭਾਈ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਉਹਨਾਂ ਨੂੰ ਅੱਗੇ ਲੈ ਗਏ ਤਾਂ ਫਿਰ ਆਲਮਗੀਰ ਵਿਖੇ ਗੁਰੂ ਗੋਬਿੰਦ ਸਿੰਘ ਜੀ
ਨੂੰ ਭਾਈ ਨਗਾਈਆ ਜੀ ਨੇ ਘੋੜਾ ਭੇਂਟ ਕੀਤਾ ਕਿ ਗੁਰੂ ਸਾਹਿਬ ਤੁਸੀਂ ਪੈਦਲ ਨਾ ਜਾਓ, ਤੇ ਉਹਨਾਂ ਨੇ ਇਹ ਘੋੜਾ ਜਿਹੜਾ ਹੈ ਆਲਮਗੀਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਨਗਾਈਆ ਜੀ ਨੇ ਭੇਂਟ ਕੀਤਾ। ਅਗਲਾ ਇਹ ਚਿੱਤਰ ਇਹ ਦਰਸਾਉਂਦਾ ਹੋਇਆ, ਤੇ ਇਸ ਤੋਂ ਪਿੱਛੇ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਇਹ ਜਿਹੜੀਆਂ ਪੇਂਟਿੰਗਸ ਬਣਾਈਆਂ ਗਈਆਂ ਨੇ ਭਾਈ ਬਲਵੰਤ ਸਿੰਘ ਜੀ ਦੁਆਰਾ, ਉਸ ਦੇ ਵਿੱਚ ਉਹ ਦਰਸਾਉਂਦਾ ਹੋਇਆ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਗਏ ਸੀ, ਜਿੱਥੇ ਉਹਨਾਂ ਨੇ ਪਰਮਾਤਮਾ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉੱਥੇ ਜਦੋਂ ਗੁਰੂ ਸਾਹਿਬ ਨੂੰ ਚਾਰੋਂ ਪਾਸੋਂ ਮੁਸਲਮਾਨ ਫੌਜਾਂ ਨੇ ਇੱਕ ਵਾਰ ਫਿਰ ਘੇਰਾ ਪਾ ਲਿਆ ਤੇ ਉਹਨਾਂ ਦਾ ਨਿਕਲਣਾ ਮੁਸ਼ਕਲ ਹੋ ਗਿਆ ਸੀ, ਤਾਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਆਪ ਆਪਣੇ ਮੋਢਿਆਂ ਦੇ ਉੱਤੇ ਬਿਠਾ ਕੇ ਮਾਛੀਵਾੜਾ ਤੋਂ ਬਾਹਰ ਲੈ ਕੇ ਆਏ ਸੀਗੇ। ਤੇ ਇਹ ਉਸ ਮਾਛੀਵਾੜੇ ਦੇ ਗਨੀ ਖਾਂ ਨਬੀ ਖਾਂ ਜਦੋਂ ਗੁਰੂ ਸਾਹਿਬ ਨੂੰ ਮਾਛੀਵਾੜੇ ਤੋਂ ਬਾਹਰ ਲਿਜਾ ਰਹੇ ਸੀ, ਉਸ ਵਕਤ ਦਾ ਇਹ ਪੇਂਟਿੰਗ ਜਿਹੜੀ ਹੈ ਉਹ ਇਹ ਦਰਸਾਉਂਦੀ ਹੋਈ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਇਸ ਵਿੱਚ ਪੇਂਟਿੰਗਸ ਨੇ। ਇਹ ਅਲਫੂ ਅਤੇ ਗਾਮੋ ਗੁਰੂ ਸਾਹਿਬ ਨੂੰ ਦੇਖ ਕੇ ਰੋਲਾ ਪਾਉਂਦੇ ਕਿ ਜਦੋਂ ਗੁਰੂ ਸਾਹਿਬ ਉੱਥੇ ਪੁੱਜ ਗਏ ਤਾਂ ਗੁਰੂ ਸਾਹਿਬ ਨੂੰ ਦੇਖ ਕੇ ਉਹਨਾਂ ਨੇ ਸ਼ੋਰ ਕਰ ਦਿੱਤਾ, ਰੋਲਾ ਪਾ ਦਿੱਤਾ, ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਪਹਿਚਾਣ ਲਿਆ ਸੀ। ਇਹ ਉਸ ਵਕਤ ਦੀ ਅਗਲੀ ਪੇਂਟਿੰਗ ਜਿਹੜੀ ਹੈ ਉਹ ਹੈ। ਸਾਰਾ ਇਤਿਹਾਸ ਜਿਹੜਾ ਅਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਛੱਡਣ ਤੋਂ ਬਾਅਦ ਜੋ ਵੀ ਜਿੱਥੇ ਤੱਕ ਇਹ ਮਹਿਦਿਆਣਾ ਤੱਕ ਕੀ ਜਾਏਗਾ, ਇਹ ਨਗਰ ਕੀਰਤਨ ਸਜਾਏਗਾ, ਉੱਥੇ ਤੱਕ ਜਾਏਗਾ, ਉੱਥੇ ਤੱਕ ਦਾ ਇਤਿਹਾਸ ਇਹਨਾਂ ਟਰੈਕਟਰ ਟਰਾਲੀਜ਼ ਦੇ ਉੱਤੇ ਪੇਂਟਿੰਗਸ ਬਣਾ ਕੇ ਸਜਾਇਆ ਗਿਆ ਹੈ। ਤੇ 5 ਜਨਵਰੀ ਨੂੰ ਇਹ ਜਿਹੜਾ ਨਗਰ ਕੀਰਤਨ ਸਜਾਇਆ ਆਨੰਦਪੁਰ ਸਾਹਿਬ ਤੋਂ, ਇਹ ਮਹਿਦਿਆਣਾ ਸਾਹਿਬ ਜਾ ਕੇ ਇਹ ਸਮਾਪਤ ਹੋਏਗਾ। ਕਹਿੰਦੇ ਨੇ 26 ਸਾਲ ਪਹਿਲਾਂ ਮਹਿਦਿਆਣਾ ਦੇ ਸੰਤ ਜੋਰਾ ਸਿੰਘ ਲੱਖਾ ਜੀ ਨੇ ਇਹ ਸ਼ੁਰੂਆਤ ਕੀਤੀ ਸੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ, ਜਦੋਂ ਕੇਵਲ 15 ਜਾਂ 20 ਸੰਗਤ ਦੇ ਨਾਲ ਉਹਨਾਂ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਲੇਕਿਨ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਪੁੱਜ ਕੇ ਇਸ ਕਿਲ੍ਹਾ ਛੋੜ ਦਿਵਸ ਨੂੰ ਮਨਾਉਂਦੀ ਹੈ। ਤੇ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਚੱਲ ਕੇ ਪਰਿਵਾਰ ਵਿਛੋੜਾ ਸਾਹਿਬ, ਪੱਠਾ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਤੇ ਆਲਮਗੀਰ ਹੁੰਦੇ ਹੋਏ ਇਹ ਮਹਿਦਿਆਣਾ ਸਾਹਿਬ ਪਹੁੰਚ ਕੇ ਇਸ ਦੀ ਸਮਾਪਤੀ ਹੁੰਦੀ ਹੈ। ਤੇ ਇਸ ਦਰਮਿਆਨ ਜੋ ਸ਼ਹੀਦੀ ਸਪਤਾਹ ਮਨਾਇਆ ਜਾਂਦਾ ਹੈ ਅਲੱਗ-ਅਲੱਗ ਸਥਾਨਾਂ ਤੇ, ਜਿਸ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਹੀਦੀ ਸਮਾਗਮ ਮਨਾਏ ਜਾਂਦੇ ਨੇ, ਉਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਸਮਾਗਮ ਮਨਾਏ ਜਾਂਦੇ ਨੇ। ਸੰਗਤ ਉੱਥੇ ਵੀ ਵੱਧ ਚੜ੍ਹ ਕੇ ਹਿੱਸਾ ਪਾਉਂਦੀ ਹੈ। ਇਹ ਜਿਹੜੀਆਂ ਲਗਾਤਾਰ ਚੱਲਣ ਵਾਲੀਆਂ ਸਿੱਖ ਧਰਮ ਦੇ ਵਿੱਚ ਇਹ ਹਫ਼ਤਾ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਹਫ਼ਤਾ ਹੈ ਜਿਸ ਨੂੰ ਕਦੇ ਵੀ ਨਹੀਂ ਭੁੱਲਿਆ ਜਾਏਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਪੂਰਾ ਪਰਿਵਾਰ ਜਿਹੜਾ ਇਸ ਦੇ ਵਿੱਚ, ਜਿੱਥੇ ਉਹ ਪਰਿਵਾਰ ਵਿਛੋੜਾ ਵਾਲੀ ਜਗ੍ਹਾ ਤੇ ਵਿਛੜ ਗਿਆ ਸੀ, ਬਹੁਤ ਸਾਰੇ ਸਿੰਘ ਜਿਹੜੇ ਸੀ ਉਹ ਵੀ ਸ਼ਹਾਦਤ ਦਾ ਜਾਮ ਪੀ ਗਏ ਸਨ। ਆਓ ਇਹਨਾਂ ਸਾਰੇ ਸ਼ਹੀਦਾਂ ਨੂੰ ਅਸੀਂ ਵੀ ਸ਼ਰਧਾਂਜਲੀ ਦਿੰਦੇ ਹੋਏ ਇਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਈਏ।